ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਖਾਸ ਮੁਲਾਕਾਤ ਦੇ ਵਿੱਚ ਸੀਜੇ ਸਿੱਧੂ ਨਾਲ ਸ਼ਾਮਲ ਹੋ। ਅੱਜ ਬੜੇ ਮਾਣ ਤੇ ਸਤਿਕਾਰ ਦੀ ਗੱਲ ਹੈ ਕਿ ਮੇਰੇ ਵਿੱਚ ਸ਼ਾਮਲ ਹਨ ਆਪਣੀ ਕਮਿਊਨਿਟੀ ਦੇ ਬਹੁਤ ਹੀ ਪਸੰਦੀਦਾ ਪੋਲੀਟੀਸ਼ੀਅਨ ਕਹਿ ਲਓ, ਕਮਿਊਨਿਟੀ ਵਰਕਰ ਕਹਿ ਲਓ, ਮਿਸਟਰ ਰਾਜ ਚੌਹਾਨ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਲੱਗਿਆ ਕਿ ਜਿਹੜੀ ਨਵੀਂ ਲੈਜਿਸਲੇਸ਼ਨ ਹੈ ਉਹਦੇ ਵਿੱਚ ਇਹਨਾਂ ਨੂੰ ਸਪੀਕਰ ਦਾ ਜਿਹੜਾ ਅਹੁਦਾ ਆ, ਸਪੀਕਰ ਆਫ ਦਾ ਲੈਜਿਸਲੇਟਿਵ ਅਸੈਂਬਲੀ ਆਫ ਬ੍ਰਿਟਿਸ਼ ਕੋਲੰਬੀਆ, ਜਿਹੜੇ ਕਿ ਆਪਣੇ ਮੰਡੇ ਇਹ ਇਸ ਦੀ ਸਹੁੰ ਚੱਕਣਗੇ, ਉਹ ਇਹਨਾਂ ਨੂੰ ਅਹੁਦਾ ਸੌਂਪਿਆ ਗਿਆ ਹੈ। ਇਹਦੀ ਅਹਿਮੀਅਤ, ਇਹਨਾਂ ਦੀ ਬੈਕਗਰਾਊਂਡ ਜੇ ਮੈਂ ਦੱਸਾਂ ਤਾਂ ਇਹਨਾਂ ਦਾ 5th ਟਰਮ ਐਜ਼ ਏ MLA ਹੈ ਬਰਨਬੀ ਐਡਮੰਡਸ ਤੋਂ। ਅਤੇ ਉਸ ਤੋਂ ਪਹਿਲਾਂ ਇਹਨਾਂ ਨੇ ਜਿੰਨੇ ਵੀ ਕਮਿਊਨਿਟੀ ਦੇ ਕੰਮ ਕੀਤੇ ਹੈ ਆਪਣੇ ਪੰਜਾਬ ਤੋਂ ਆਉਣ ਤੋਂ ਬਾਅਦ, ਵੈਰੀ ਯੰਗ ਏਜ ਐਜ਼ ਏ ਸਟੂਡੈਂਟ, ਐਂਡ ਉਸ ਤੋਂ ਬਾਅਦ ਇਹ ਫਾਊਂਡਿੰਗ ਪ੍ਰੈਜ਼ੀਡੈਂਟ ਆਫ ਕੈਨੇਡੀਅਨ ਫਾਰਮ ਵਰਕਰਸ ਯੂਨੀਅਨ, ਐਂਡ ਉਸ ਤੋਂ ਇਲਾਵਾ ਡਾਇਰੈਕਟਰ ਆਫ ਹਾਸਪਿਟਲ ਇੰਪਲੋਈਜ਼ ਯੂਨੀਅਨ। So he served as a member of the Labor Relations Board, BC Arbitration Bureau of BC, and founding member of the BC Organization to Fight Racism. So human rights, racial equity. So ਕਾਫੀ ਇਹਨਾਂ ਦਾ ਜਿਹੜਾ from day one, the involvement with the community and the rights of people, ਰਾਈਟਸ ਆਫ ਦਾ ਲੇਬਰ, ਉਹਦੇ ਲਈ ਇਹਨਾਂ ਨੇ ਜਦੋਜਹਿਦ ਕੀਤੀ ਹੈ। ਉਹਦਾ ਸਦਕਾ ਕਰਕੇ ਇਹ 5ਵਾਂ ਵਾਰੀ ਇਹਨਾਂ ਨੂੰ ਇਹ MLA ਦਾ ਜਿਹੜਾ ਮਾਣ ਮਿਲਿਆ ਆ। ਅਤੇ ਇਸ ਤੋਂ ਬਾਅਦ ਜਿਹੜੀ ਸਾਰਿਆਂ ਨਾਲੋਂ ਵੱਡੀ ਅਚੀਵਮੈਂਟ ਹੈ, he is elected in 2013 to 17 as assistant ਡਿਪਟੀ ਸਪੀਕਰ। 2017 ਤੇ 2020 ਤੋਂ ਲਾਸਟ ਜਿਹੜੀ ਅਸੈਂਬਲੀ ਸੀ ਉਹਦੇ ਵਿੱਚ ਡਿਪਟੀ ਸਪੀਕਰ, ਅਤੇ ਹੁਣ ਇਹਨਾਂ ਨੂੰ ਜਿਹੜਾ ਪੂਰੇ ਸਪੀਕਰ ਆਫ ਦਾ ਲੈਜਿਸਲੇਟਿਵ ਅਸੈਂਬਲ ਦਾ ਅਹੁਦਾ ਜਿਹੜਾ ਸੰਭਾਲਿਆ ਗਿਆ ਹੈ। ਇਹਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਜੇ ਆਪਾਂ ਦੇਖੀ ਜਾਈਏ ਤਾਂ ਇਹ ਪਹਿਲੇ ਸਾਊਥ ਏਸ਼ੀਅਨ ਡਿਸੈਂਟ ਦੇ ਆਪਣੇ ਸਪੀਕਰ ਹੋਣਗੇ। ਪਰ ਬਾਕੀ ਇੰਡੀਆ ਤੋਂ ਬਾਹਰ ਜੇ ਦੇਖਿਆ ਜਾਵੇ, ਸਿੱਖ, ਖਾਸ ਕਰਕੇ ਸਿੱਖ ਆਪਣੀ ਕਮਿਊਨਿਟੀ ਦੇ ਵਿੱਚੋਂ, ਪੰਜਾਬੀ ਕਮਿਊਨਿਟੀ ਦੇ ਵਿੱਚੋਂ ਇਹ ਪਹਿਲਿਆਂ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਕਿ ਇਹ ਸਤਿਕਾਰ ਮਿਲਿਆ ਆ। ਵੈਲਕਮ ਮਿਸਟਰ ਚੌਹਾਨ, ਤੁਹਾਨੂੰ ਜੀ ਆਇਆਂ ਨੂੰ ਅਤੇ ਲੱਖ ਲੱਖ ਵਧਾਈਆਂ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਾਰੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ। ਤੁਹਾਡੇ ਜਿਹੜੇ ਕਮੈਂਟਸ ਨੇ, ਕਾਈਂਡ ਵਰਡਸ, ਉਹਦਾ ਬਹੁਤ ਬਹੁਤ ਧੰਨਵਾਦ। ਮੈਨੂੰ ਬੜਾ ਮਾਣ ਆ ਅੱਜ ਇੱਥੇ ਬੈਠ ਕੇ ਤੁਹਾਡੇ ਨਾਲ ਆਪਣੀ ਜਿਹੜੀ ਕਮਿਊਨਿਟੀ ਬਾਰੇ ਗੱਲ ਕਰਨ ਦਾ ਜਿਹੜਾ ਮੌਕਾ ਮਿਲਿਆ। ਸੋ ਇਟਸ ਗ੍ਰੇਟ ਓਪਰਚੁਨਿਟੀ। ਪਰ ਉਹਦੇ 'ਚ ਇੱਕ ਗੱਲ ਹੈ ਕਿ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਰਾਜ ਚੌਹਾਨ ਆਹ ਬਣ ਗਿਆ, ਰਾਜ ਚੌਹਾਨ ਨੂੰ ਆਹ ਮਿਲਣਾ, ਲੇਕਿਨ ਰਾਜ ਚੌਹਾਨ ਨੂੰ ਇਹ ਇਕੱਲੇ ਨੂੰ ਨਹੀਂ, ਇਹ ਆਪਣੀ ਸਾਰੀ ਕਮਿਊਨਿਟੀ ਦਾ ਵਾ ਇਹ। ਕਿਉਂਕਿ ਰਾਜ ਚੌਹਾਨ ਨੇ ਜੋ ਵੀ ਕੁਛ ਕੀਤਾ ਲੋਕਾਂ ਦੀ ਮਦਦ ਦੇ ਨਾਲ, ਆਪਦੇ ਸਾਥੀਆਂ ਦੇ ਨਾਲ, ਆਪਦੇ ਜਿਹੜੇ ਹੈਗੇ ਫਰੈਂਡਸ ਦੇ ਨਾਲ, ਕਮਿਊਨਿਟੀ ਦੇ ਨਾਲ ਰਲ ਕੇ ਹੀ ਕਰ ਸਕਿਆ ਜੋ ਕੁਛ ਕਰ ਸਕਿਆ ਮਾੜਾ ਮੋਟਾ। ਸੋ ਉਹਦੀ ਵਜ੍ਹਾ ਕਰਕੇ ਅੱਜ ਇੱਥੇ ਤੱਕ ਪਹੁੰਚੇ ਹਾਂ। ਅਤੇ ਇਹ ਬੜੇ ਮਾਣ ਅਤੇ ਸਤਿਕਾਰ ਦੀ ਗੱਲ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਬਿਗ ਰਿਸਪੈਕਟ ਐਂਡ ਬਿਗ ਅਚੀਵਮੈਂਟ, ਉਹਦੇ ਨਾਲ ਕਮਸ ਵਿਦ ਬਿਗ ਰਿਸਪੋਂਸੀਬਿਲਿਟੀ, ਜਿਵੇਂ ਤੁਸੀਂ ਕਿਹਾ ਆ। ਸੋ ਆਪਣੇ ਯੈਸਟਰਡੇ ਮੇਰੀ ਰਵੀ ਕਾਲੋ ਮਿਨਿਸਟਰ, ਨਿਊਲੀ ਇਲੈਕਟਡ ਮਿਨਿਸਟਰ, ਐਂਡ ਮਿਸਟਰ ਹੈਰੀ ਬੇਨਸ, ਉਹਨਾਂ ਨਾਲ ਮੇਰਾ ਇੰਟਰਵਿਊ ਸੀਗਾ ਅਤੇ ਉਹਨਾਂ ਨੇ ਵੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੱਤੀ ਹੈ ਇਸ ਗੱਲ ਦੀ। ਉਹਨਾਂ ਨੂੰ ਵੀ ਇਸ ਗੱਲ ਦਾ ਮਾਣ ਆ। ਇਹਦੀ ਆਪਣੇ ਮਿਸਟਰ ਚੌਹਾਨ, ਤੁਸੀਂ ਜੇ ਆਪਾਂ ਪਿੱਛੇ ਪਰਤ ਕੇ ਦੇਖੀਏ, ਜਦੋਂ ਆਪਣੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਸੀ, ਰੇਸਿਜ਼ਮ ਸੀਗਾ, ਹਲੇ ਵੀ ਹੈਗਾ। ਵੀ ਟਾਕਡ ਅਬਾਊਟ ਯੈਸਟਰਡੇ, ਸਿਸਟੈਮਿਕ ਜਿਹੜਾ ਰੇਸਿਜ਼ਮ ਹੈ, ਉੱਥੋਂ ਲੈ ਕੇ ਇੱਥੋਂ ਤੱਕ ਪਹੁੰਚਣਾ, ਉਸ ਦੇ ਬਾਰੇ ਤੁਹਾਡੇ ਜਿਹੜੇ ਪਰਸਨਲ ਵਿਊਜ਼ ਹੈ ਉਹ ਸਾਂਝੇ ਕਰੋ। ਦੇਖੋ, ਅਸੀਂ ਜਿਹੜੇ ਸਾਡੇ ਪਾਇਨੀਅਰ ਸੀ, ਸਾਡੇ ਬਜ਼ੁਰਗ ਸੀਗੇ, ਉਹ ਸਭ ਤੋਂ ਪਹਿਲਾਂ 1895 ਦੇ ਵਿੱਚ ਉਹ ਕੈਨੇਡਾ 'ਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਸੀਗਾ। ਫਿਰ ਬਾਅਦ ਦੇ ਵਿੱਚ 1907 ਦੇ ਵਿੱਚ ਆ ਕੇ ਸਾਡੇ ਕੋਲ ਈਵਨ ਜਿਹੜੇ ਥੋੜ੍ਹੇ ਬਹੁਤ ਲੋਕ ਉਦੋਂ ਤੱਕ ਪਹੁੰਚੇ ਸੀਗੇ, ਉਹਨਾਂ ਕੋਲੋਂ ਵੋਟ ਪਾਉਣ ਦਾ ਹੱਕ ਵੀ ਖੋਹ ਲਿਆ ਗਿਆ ਸੀ। ਉਸ ਵਕਤ ਆਪਣੀ ਜਿਹੜੀ ਪੰਜਾਬੀ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਸੀਗੀ ਕੈਨੇਡਾ ਵਿੱਚ ਥੋੜ੍ਹੀ ਸੀਗੀ, ਲੇਕਿਨ ਫਿਰ ਵੀ ਉਸ ਵਕਤ ਜਿਹੜਾ ਲਾਅ ਸੀਗੇ ਜਾਂ ਜਿਹੜੇ ਉਸ ਵਕਤ ਅਥਾਰਟੀਜ਼ ਦੀ, ਪੋਲੀਟੀਸ਼ੀਅਨ ਦੀ ਥਿੰਕਿੰਗ ਸੀ ਬੜੀ ਰੇਸਿਸਟ, ਬਿਲਕੁਲ ਇਨ ਯੂਰ ਫੇਸ ਕਾਈਂਡ ਆਫ ਰੇਸਿਜ਼ਮ। ਸੋ ਉਹਨਾਂ ਨੇ ਉਹ ਵੀ ਹੱਕ ਸਾਡੇ ਕੋਲੋਂ ਖੋਹ ਲਿਆ ਸੀਗਾ। ਫਿਰ ਕਾਮਾਗਾਟਾ ਮਾਰੂ ਆਇਆ, ਉਹਦੇ ਵਿੱਚ 376 ਸਾਡੇ ਜਿਹੜੇ ਇੰਡੀਆ ਦੇ ਡਿਸਟੈਂਟ ਦੇ ਸੀਗੇ, ਪੰਜਾਬੀ ਸੀਗੇ, ਹਿੰਦੂ, ਮੁਸਲਮਾਨ, ਸਿੱਖ ਸਾਰੇ ਆਏ ਹੋਏ ਸੀ ਉਹਦੇ ਵਿੱਚ। ਉਹਨਾਂ ਨਾਲ ਜੋ ਧੱਕਾ ਹੋਇਆ ਉਹਦਾ ਆਪਾਂ ਸਾਰਿਆਂ ਨੂੰ ਪਤਾ। ਉਹ ਅਤੇ ਫਿਰ
ਜਿਹੜੇ ਸਾਡੀਆਂ ਪੁਰਾਣੀਆਂ ਜਥੇਬੰਦੀਆਂ ਸੀਗੀਆਂ ਜਿਵੇਂ ਖਾਲਸਾ ਦੀਵਾਨ ਸੁਸਾਇਟੀ ਜਾਂ ਹੋਰ ਜਿਹੜੇ ਸਾਡੇ ਗਦਰੀ ਬਾਬੇ ਸੀਗੇ, ਉਹਨਾਂ ਨੇ ਜੋ ਜਦੋਜਹਿਦ ਕੀਤੀ ਉਹਦਾ ਜਿਹੜੀ ਦੇਣ ਆ ਉਹਦੇ ਸਦਕਾ ਹੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਕਿਉਂਕਿ ਜੇ ਉਹ ਬਜ਼ੁਰਗ ਉਹ ਇੰਨੀ ਘਾਲਣਾ ਨਾ ਘਾਲਦੇ, ਉਹ ਇੰਨੇ ਆਪਣੇ ਹੱਕਾਂ ਦੇ ਲਈ ਨਾ ਖੜਦੇ, ਤਾਂ ਸ਼ਾਇਦ ਸਾਨੂੰ ਜਿਹੜਾ ਅੱਜ ਮੌਕਾ ਮਿਲਿਆ ਨਾ ਮਿਲਦਾ ਇਹ। ਫਿਰ ਦੇਖੋ ਜਿਹੜਾ ਵੋਟ ਪਾਉਣ ਦਾ ਹੱਕ ਹੋਇਆ ਗਿਆ ਸੀਗਾ ਉਹ ਮੁੜ ਕੇ 20 ਅਪ੍ਰੈਲ 1947 ਨੂੰ ਸਾਨੂੰ 40 ਸਾਲ ਬਾਅਦ ਮਿਲਿਆ ਉਹ। ਵਾਓ। ਸੋ ਉਹ ਜਿਹੜਾ ਹੱਕ ਸੀਗਾ ਉਹ ਈਜ਼ੀਲੀ ਨਹੀਂ ਸੀ ਵੀ ਕਿਸੇ ਨੇ ਸਾਨੂੰ ਪਲੇਟ ਤੇ ਰੱਖ ਕੇ ਨਹੀਂ ਸਰਵ ਕੀਤਾ ਸੀ। ਜਦੋਜਹਿਦ ਕਰਨੀ ਪਈ ਸੀ। ਉਹਦੇ ਵਿੱਚ ਸਾਡੀਆਂ ਯੂਨੀਅਨ ਸੀਗੀਆਂ ਜਿਵੇਂ ਇੰਟਰਨੈਸ਼ਨਲ ਵੁੱਡ ਵਰਕਰਸ ਆਫ ਅਮਰੀਕਾ, ਜਿਹੜੀ ਸਭ ਤੋਂ ਵੱਡੀ ਉਸ ਵਕਤ ਕਾਮਿਆਂ ਦੀ ਯੂਨੀਅਨ ਹੁੰਦੀ ਸੀ, ਉਹਦਾ ਹਿੱਸਾ ਸੀਗਾ, ਅਤੇ ਬਾਕੀ ਹੋਰ ਬੜੀਆਂ ਪ੍ਰੋਗਰੈਸਿਵ ਆਰਗੇਨਾਈਜੇਸ਼ਨ ਸੀ ਉਹਨਾਂ ਦਾ ਬੜਾ ਹਿੱਸਾ ਸੀਗਾ। ਸੋ ਵੀ ਗਾਡ ਇਟ। ਲੇਕਿਨ ਉਹ ਵੋਟ ਪਾਉਣ ਦਾ ਹੱਕ ਵੀ ਜਦੋਂ ਮਿਲਿਆ ਸੀ 47 ਦੇ ਵਿੱਚ, ਤਾਂ ਤਦ ਵੀ ਜਿਹੜਾ ਵਿਤਕਰਾ ਸੀ ਉਹ ਚੱਲਦਾ ਰਿਹਾ। ਯੈਸ। ਹੁਣ ਤਾਂ ਆਪਾਂ ਦੇਖੋ ਆਰਾਮ ਨਾਲ ਬੈਠ ਕੇ ਟੀਵੀ ਸਟੇਸ਼ਨ ਦੇ ਉੱਤੇ ਕਿੰਨੀਆਂ ਖੁੱਲ੍ਹੀਆਂ ਗੱਲਾਂ ਕਰ ਸਕਦੇ ਹਾਂ ਨਾ, ਆਪਣੀ ਕਮਿਊਨਿਟੀ ਦੇ ਜਿਹੜੇ ਅਚੀਵਮੈਂਟ ਸੀ ਉਹਦੇ ਬਾਰੇ ਗੱਲ ਕਰ ਸਕਦੇ ਹਾਂ। ਉਸ ਵਕਤ ਨਾ ਤਾਂ ਕਿ ਸਾਨੂੰ ਵਕੀਲ ਬਣਨ ਦੀ ਇਜਾਜ਼ਤ ਸੀ, ਨਾ ਅਕਾਊਂਟੈਂਟ, ਅਤੇ ਨਾ ਕੋਈ ਸਾਇੰਟਿਸਟ, ਨਾ ਕੁਛ ਹੋਰ। ਹੁਣ ਅਸੀਂ ਇਹ ਪਿਛਲੇ ਇੰਨੇ ਸਾਲਾਂ ਦੇ ਵਿੱਚ ਹਰੇਕ ਸੈਕਟਰ ਦੇ ਵਿੱਚ ਸਾਡੀ ਕਮਿਊਨਿਟੀ ਨੇ ਬਹੁਤ ਤਰੱਕੀਆਂ ਕੀਤੀਆਂ ਨੇ। ਹਾਂਜੀ, ਬਹੁਤ ਦੂਰ ਤੱਕ ਅਸੀਂ ਆ ਗਏ ਹਾਂ, ਲੇਕਿਨ ਬਹੁਤ ਕੁਛ ਕਰਨਾ ਹਜੇ ਬਾਕੀ, ਬਹੁਤ ਬਾਕੀ ਹੈ। ਹਾਂਜੀ। ਸੋ ਕਿਉਂਕਿ ਜਿਹੜਾ ਉਹ ਆਪਾਂ ਹੁਣ ਜਦੋਂ ਮੈਂ 1973 'ਚ ਕੈਨੇਡਾ ਆਇਆ ਸੀ, ਉਸ ਵਕਤ ਜਿਹੜਾ ਰੇਸਿਜ਼ਮ ਸੀਗਾ ਬਹੁਤ ਓਵਰਟ, ਜਿਹੜਾ ਸਿੱਧਾ ਹੀ ਲੋਕਾਂ ਦੇ ਨਾਲ, ਲੋਕਾਂ ਦੇ ਘਰਾਂ ਦੇ ਸ਼ੀਸ਼ਿਆਂ ਦੇ ਭੰਨ ਜਾਂਦੇ ਸੀ, ਆਂਡੇ ਮਾਰਦੇ ਸੀਗੇ। ਸਾਡੇ ਲੇਡੀਜ਼ ਬਾਹਰ ਪੰਜਾਬੀ ਸੂਟ ਪਾ ਕੇ ਨਹੀਂ ਸੀ ਬਾਹਰ ਜਾਂਦੀਆਂ ਹੁੰਦੀਆਂ, ਹੈ ਨਾ, ਔਰ ਸਾਰਾ ਕੁਝ ਬੜਾ ਕੁਛ ਹੁੰਦਾ ਸੀਗਾ ਉਹ। ਲੇਕਿਨ ਉਸ ਤਰ੍ਹਾਂ ਦਾ ਰੇਸਿਜ਼ਮ ਤਾਂ ਬੇਸ਼ੱਕ ਹੁਣ ਘੱਟ ਆ, ਲੇਕਿਨ ਹੈਗਾ। ਸਾਡੇ ਜਿਹੜੇ ਹੁਣ ਇੱਥੇ ਕਮਿਊਨਿਟੀ ਹੈ ਇਹਦੇ ਵਿੱਚ ਜਿਹੜੀ ਆਪਣੀ ਪ੍ਰਪੋਰਸ਼ਨਲੀ ਦੇਖਿਆ ਜਾਵੇ, ਇੰਨੇ ਆਪਣੇ ਬੱਚੇ ਸੈਕੰਡ ਜਨਰੇਸ਼ਨ ਆ, ਦੇਰ ਆਲ ਵੈਲ ਕੁਆਲੀਫਾਈਡ, ਸਾਰਾ ਕੁਛ ਇਨ ਐਵਰੀ ਟ੍ਰੇਡ, ਲੇਕਿਨ ਗਵਰਨਮੈਂਟ ਜੌਬਸ ਦੇ ਵਿੱਚ ਹਜੇ ਵੀ ਜਿਹੜੀ ਸਾਡੀ ਰੇਸ਼ੋ ਆ ਬਹੁਤ ਘੱਟ ਆ। ਜਿਹੜੀਆਂ ਗਵਰਨਮੈਂਟ ਜੌਬਸ ਨੇ ਜਾਂ ਹਾਈਲੀ ਪੇਡ ਜੌਬਸ ਨੇ ਉਸ ਤਰ੍ਹਾਂ ਜਿਹੜੇ ਇਸ਼ੂ ਨੇ ਵੀ ਹੈਵ ਟੂ ਡੀਲ ਵਿਦ। ਹਾਂਜੀ। ਸੋ ਇਹ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਮਤਲਬ ਬਿਆਨ ਕੀਤਾ ਵੀ ਉਹ ਜਿਹੜੀਆਂ ਮੁਸ਼ਕਲਾਂ ਆਪਣੇ ਜਿਹੜੇ ਪਾਈਨੀਅਰਸ ਹੈ ਉਹਨਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਜਾਂ ਉਹ ਡਿਫੀਕਲਟੀਜ਼ ਦੇ ਵਿੱਚੋਂ ਟੱਪੇ, ਕਿਉਂਕਿ ਜਦੋਂ ਬੰਦਾ ਟੱਪਦਾ ਬੜਾ ਔਖਾ ਕੰਮ ਹੁੰਦਾ, ਜਦੋਂ ਤੁਸੀਂ ਮਤਲਬ ਐਜ਼ ਏ ਹਿਊਮਨ ਬੀਇੰਗ ਟਰੀਟਡ ਡਿਫਰੈਂਟਲੀ। ਸੋ ਆਪਾਂ ਥੋੜ੍ਹਾ ਜਿਹਾ ਪਰਤ ਕੇ ਇਸ ਤੁਹਾਡੀ ਜਿਹੜੇ ਰੋਲ ਹੈ ਹੁਣ ਇਹਦੇ ਬਾਰੇ ਗੱਲ ਕਰੀਏ। ਤੁਸੀਂ ਕਿਉਂਕਿ ਤੁਹਾਨੂੰ ਕਾਫੀ ਇਸ ਦਾ ਤਜਰਬਾ ਹੈ ਵੈਸੇ ਐਜ਼ ਏ ਅਸਿਸਟੈਂਟ ਡਿਪਟੀ ਸਪੀਕਰ ਐਂਡ ਦੈਨ ਲਾਸਟ ਲੈਜਿਸਲੇਸ਼ਨ ਦੇ ਵਿੱਚ ਤੁਸੀਂ ਡਿਪਟੀ ਸਪੀਕਰ ਅਤੇ ਹੁਣ ਤੁਸੀਂ ਪੂਰੇ ਸਪੀਕਰ ਬਣਨਾ। ਇਹਦੇ ਬਾਰੇ ਦੱਸੋ ਵੀ ਮਤਲਬ ਸਪੀਕਰ ਦਾ ਕੀ ਰੋਲ ਹੈਗਾ ਅਤੇ ਕੀ ਰਿਸਪੋਂਸੀਬਿਲਿਟੀਜ਼। ਸਪੀਕਰ ਦਾ ਰੋਲ ਜਿਹੜਾ ਹੈਗਾ, ਆਮ ਜਿਹੜੇ ਲੋਕਾਂ ਨੂੰ ਜਿਹੜੇ ਦੇਖਦੇ ਨੇ ਜਾਂ ਪਤਾ ਲੱਗਦਾ ਵੀ ਕੀ ਹੁੰਦਾ, ਉਹ ਇਹ ਹੁੰਦਾ ਵੀ ਜਦੋਂ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਦੋਂ ਕੁਐਸਚਨ ਪੀਰੀਅਡ ਹੁੰਦਾ, ਉਹਦੇ ਵਿੱਚ ਅਪੋਜੀਸ਼ਨ ਨੇ ਕੁਐਸਚਨ ਪੁੱਛਣੇ ਹੁੰਦੇ ਆ, ਗੌਰਮੈਂਟ ਨੇ ਉਹਦੇ ਆਨਸਰ ਕਰਨੇ ਹੁੰਦੇ ਨੇ। ਉਹ ਅੱਧੇ ਘੰਟੇ ਦਾ ਵਕਫਾ ਹੁੰਦਾ। ਉਸ ਅੱਧੇ ਘੰਟੇ ਦੇ ਵਿੱਚ ਤੁਸੀਂ ਟੀਵੀ 'ਤੇ ਕਈ ਵਾਰੀ ਦੇਖਦੇ ਹੋ ਬੜੀ ਹੀਟਡ ਡਿਸਕਸ਼ਨ ਹੁੰਦੀ ਹੈ, ਬੈਕ ਐਂਡ ਫੋਰਥ, ਹੈਕਲਿੰਗ ਵੀ ਹੁੰਦੀ ਹੈ, ਸਾਰਾ ਕੁਛ ਹੁੰਦਾ। ਕਈ ਵਾਰੀ ਕੁਐਸਚਨ ਪੁੱਛੇ ਜਾਂਦੇ ਨੇ, ਆਨਸਰ ਦਿੱਤੇ ਨਹੀਂ ਜਾਂਦੇ, ਜਾਂ ਕਈ ਵਾਰੀ ਆਨਸਰ ਦਿੱਤੇ ਜਾਂਦੇ ਨੇ, ਅਪੋਜੀਸ਼ਨ ਨੂੰ ਐਕਸੈਪਟ ਨਹੀਂ ਕਰਦੀ ਹੈਗੀ। ਸੋ ਉਹ ਚੱਲਦਾ ਰਹਿੰਦਾ। ਉਸ ਚੀਜ਼ ਨੂੰ ਕੰਟਰੋਲ ਕਰਨਾ ਸਪੀਕਰ ਦਾ ਕਾਫੀ ਵੱਡਾ ਰੋਲ ਹੁੰਦਾ ਕਿ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਪੇਸ਼ੈਂਟਲੀ, ਰਿਸਪੈਕਟਫੁਲੀ ਉਹਨੂੰ ਹੈਂਡਲ ਕਰਨਾ। ਕਿਉਂਕਿ ਜਦੋਂ ਹੁਣ ਮੈਂ I am a proud New Democrat, lifelong, ਅਤੇ I am a proud trade unionist, ਸਾਰਾ ਕੁਛ ਮੈਂ ਹੈਗਾ ਉਹ। ਲੇਕਿਨ ਜਦੋਂ ਮੈਂ ਉਹ ਚੇਅਰ 'ਤੇ ਬੈਠੂੰਗਾ, I am a neutral chair। ਹਾਂਜੀ। ਉਸ ਵਕਤ ਨਾ ਤਾਂ ਮੈਂ NDP ਹਾਂ, ਨਾ ਮੈਂ ਲਿਬਰਲ ਹਾਂ, ਨਾ ਮੈਂ ਟ੍ਰੇਡ ਯੂਨੀਅਨਿਸਟ ਹਾਂ, ਕੁਛ ਨਹੀਂ। I am just a neutral chair। ਉਹਦੇ ਵਿੱਚ ਮੈਨੂੰ ਇਹ ਦੇਖਣਾ ਪੈਣਾ ਵੀ ਜਿਹੜਾ ਕੁਐਸਚਨ ਪੁੱਛਿਆ ਗਿਆ, ਇਜ਼ ਇਟ ਵਿਦ ਇਨ ਦਾ ਕਨਫਾਈਨਮੈਂਟਸ ਆਫ ਦ ਪੈਰਾਮੀਟਰਸ ਆਫ ਜਿਹੜੇ ਸਾਡੇ ਪ੍ਰੋਸੀਜਰਸ ਨੇ ਉਹਦੇ ਵਿੱਚ ਹੈਗਾ। ਦੂਜਾ, ਜੇ ਉਹ ਗੌਰਮੈਂਟ ਵੱਲੋਂ ਉਹਦਾ ਆਨਸਰ ਦਿੱਤਾ ਜਾਂਦਾ ਕੀ ਉਹ ਆਨਸਰ ਅਪਰੋਪਰੀਏਟ ਆ, ਜਾਂ ਕੋਈ ਜਿਹਦੀ ਸ਼ਬਦਾਵਲੀ ਆ ਉੱਥੇ ਉਹ ਪਾਰਲੀਮੈਂਟਰੀ ਆ, ਕਿਤੇ ਗਲਤ ਤਾਂ ਨਹੀਂ ਕੋਈ ਬੋਲਦਾ ਹੈਗਾ। ਔਰ ਟਾਈਮ ਲਿਮਿਟਸ ਹੁੰਦੀਆਂ ਨੇ, ਟਾਈਮ ਲਿਮਿਟਸ ਨੂੰ ਫੋਲੋ ਕਰਨਾ, ਹੈ ਨਾ, ਸਾਰਾ ਕੁਛ। ਸੋ ਦੈਟਸ ਵਨ ਰੋਲ। ਹਾਂਜੀ। ਜਿਹੜਾ ਉਹਦਾ ਦੂਜਾ ਆਸਪੈਕਟ ਉਹ ਹੈ ਕਿ ਜਿਹੜੀ ਇਹ ਸਾਡੀ ਅਸੈਂਬਲੀ ਆ, ਵਿਧਾਨ ਸਭਾ, ਇਹਦੇ ਵਿੱਚ ਸੈਂਕੜੇ ਲੋਕ ਉੱਥੇ ਕੰਮ ਕਰਦੇ ਨੇ ਜਿਹੜੇ ਫੁੱਲ ਟਾਈਮ ਕੰਮ ਕਰਦੇ ਨੇ, ਇਨਕਲੂਡਿੰਗ ਦਾ ਸਿਕਿਉਰਿਟੀ, ਜਿਹੜੀ ਕਿ ਫੁੱਲ ਟਾਈਮ ਸਿਕਿਉਰਿਟੀ ਇਟਸ ਲਾਈਕ ਅ ਪੁਲਿਸ ਫੋਰਸ ਇਟਸੈਲਫ। ਆਫ ਕੋਰਸ, ਯਾ, ਪ੍ਰੋਬਬਲੀ ਰਿਟਾਇਰਡ ਪੁਲਿਸ ਆਫੀਸਰਸ। ਨਹੀਂ, ਨੋ, ਕਈ ਵਾਰੀ ਜਿਹੜੇ ਦੂਜੇ ਵੀ ਨੇ ਸਾਰੇ, ਉਹ ਦੈਟਸ ਪਾਰਟ ਆਫ ਦੈਟ। देयर फुल सर्विस सिक्योरिटी सर्विस हैगी ਉਹ। ਹਾਂਜੀ।
ਉਹਦੀ ਸਾਰੀ ਜਿਹੜੀ ਹੈਗੀ ਓਵਰਆਲ ਰਿਪੋਰਟਿੰਗ ਉਹਦੀ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਉਹ ਸਪੀਕਰ ਦੇ, ਬਿਕਾਜ਼ ਸਪੀਕਰ ਇਜ਼ ਲਾਈਕ ਅ ਚੇਅਰਮੈਨ ਆਫ ਦ ਬੋਰਡ। ਹਾਂਜੀ, ਉਹਨੇ ਸਾਰਾ ਕੁਝ ਫਿਰ ਉਹ ਦੇਖਣਾ ਹੁੰਦਾ ਵੀ ਇਹ ਪ੍ਰੋਪਰਲੀ ਰਨ, ਜਿਹੜੇ ਥੱਲੇ ਕਲਰਕ ਦੇ ਆਫਿਸ ਨੇ ਜਾਂ ਜਿਹੜੇ ਕੋਈ ਆਪਣੀ ਸਿਕਿਉਰਿਟੀ ਦੇ ਆਫਿਸਸ ਨੇ, ਸੋ ਉਹ ਕਿਵੇਂ ਉਹਨੂੰ ਹੈਂਡਲ ਕਰ ਰਿਹਾ, ਕਿਵੇਂ ਸਾਰਾ ਕੁਝ ਹੋ ਰਿਹਾ ਉਹਦੀ, ਕਿਉਂਕਿ ਬਕ ਸਟਾਪਸ ਐਟ ਦ ਸਪੀਕਰ ਐਟ ਦ ਐਂਡ ਆਫ ਦ ਡੇ। ਸੋ ਸਾਨੂੰ ਉਹ ਬੜਾ ਕੇਅਰਫੁਲੀ ਦੇਖਣਾ ਪੈਂਦਾ। ਇਹਦਾ ਕਾਫੀ ਵੱਡਾ ਬਜਟ ਵੀ ਹੁੰਦਾ ਹੈ ਲੈਜਿਸਲੇਟਿਵ ਅਸੈਂਬਲੀ ਦਾ, ਤਕਰੀਬਨ $80 ਮਿਲੀਅਨ ਤੋਂ ਜ਼ਿਆਦਾ ਹੋਊਗਾ, ਅਤੇ ਉਹ ਉਸ ਚੀਜ਼ ਨੂੰ ਹੈਂਡਲ ਕਰਨਾ ਜੋ ਸਾਰੀ ਜ਼ਿੰਮੇਵਾਰੀ ਸਪੀਕਰ ਦੀ ਆ ਜਾਂਦੀ ਹੈ। So yeah, it's a big responsibility. ਮਤਲਬ not only keeping the house in order, ਪਰ ਉਹਦੇ ਨਾਲ employees and ਜਿਵੇਂ ਤੁਸੀਂ security administration ਜਿਹੜਾ ਵਰਕ ਹੈ and ਸੋ ਇਸ ਦੇ ਨਾਲ ਆਪਣੇ ਚੌਹਾਨ ਸਾਹਿਬ ਤੁਸੀਂ ਪੋਲੀਟਿਕਸ ਤੇ ਹੁਣ ਤੁਹਾਡੀ 5th ਟਰਮ ਹੈ ਐਂਡ ਤੁਹਾਨੂੰ ਸਾਰਾ ਤਜਰਬਾ ਹੈਗਾ, ਪਰ ਹੁਣ ਜਿਵੇਂ ਦੇਖਿਆ ਜਾਵੇ ਕਿ ਆਪਣੇ NDP ਦੀ ਮੈਜੋਰਟੀ ਗਵਰਨਮੈਂਟ ਹੈ, ਸੋ ਮੈਜੋਰਟੀ ਗਵਰਨਮੈਂਟ ਐਂਡ ਜਿਹੜੇ ਲਿਬਰਲਸ ਹੈ ਉਹ ਹੁਣ ਮਾਈਨੋਰਿਟੀ ਐਂਡ ਵੈਰੀ ਰਿਡਿਊਸਡ ਮਾਈਨੋਰਿਟੀ ਹੈ। ਇਹਦੇ ਵਿੱਚ ਤੁਹਾਡਾ ਕੀ ਮਤਲਬ ਹੈ ਵੀ even being a NDPer, but ਤੁਸੀਂ ਕਿਹਾ being a house leader you can't take sides, ਪਰ ਉਹਦੇ ਵਿੱਚ ਇਹਨੂੰ ਬੈਲੈਂਸ ਕਿਵੇਂ ਕਰੋਗੇ? ਕਿਉਂਕਿ ਇਹਦੇ 'ਚ ਇਹ ਤਾਂ ਨਹੀਂ ਵੀ NDP ਜਿਹੜੇ ਸਰਕਾਰ ਹੈਗੀ ਉਹ ਧੱਕਾ ਕਰੀ ਜਾਊਗੀ। ਨੋ, ਜਦੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਣਾ, ਉੱਥੇ ਜਿਹੜੇ ਵੀ ਕੋਈ ਉਹਨਾਂ ਦੇ ਪ੍ਰੋਸੀਜਰ ਨੇ ਜਾਂ ਕੋਈ ਕੁਐਸਚਨ ਪੀਰੀਅਡ ਹੁੰਦਾ ਜਾਂ ਕੋਈ ਕਮੇਟੀ ਹੀਅਰਿੰਗਸ ਹੁੰਦੀਆਂ ਜਾਂ ਬਜਟ ਐਸਟੀਮੇਟਸ ਵਗੈਰਾ ਹੁੰਦੇ ਨੇ, ਉਹਦੇ ਵਿੱਚ ਨਾ ਕੋਈ ਵੱਡਾ ਨਾ ਕੋਈ ਛੋਟਾ। ਹਾਂਜੀ, ਅਪੋਜੀਸ਼ਨ ਹੈਜ਼ ਦਾ ਰਾਈਟ, ਚਾਹੇ ਉਹਨਾਂ ਦੇ 5 ਮੈਂਬਰ ਆ ਚਾਹੇ ਉਹਨਾਂ ਦੇ 50 ਮੈਂਬਰ ਆ, ਡਜ਼ਨਟ ਮੈਟਰ। ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਦੇ ਪਾਰਟੀ ਦੇ ਬੇਸ ਦੇ ਉੱਤੇ ਜਾਂ ਆਪਦੇ ਕੰਸਟੀਚੁਐਂਟਸ ਦੇ ਬੇਸ 'ਤੇ ਜਿਹੜੇ ਵੀ ਉਹਨਾਂ ਦੇ ਕੁਐਸਚਨ ਨੇ ਦੇ ਹੈਵ ਅ ਰਾਈਟ ਟੂ ਆਸਕ। ਗੌਰਮੈਂਟ ਦੀ ਰਿਸਪੌਂਸਿਬਿਲਿਟੀ ਆ ਕਿ ਉਹਨਾਂ ਨੂੰ ਆਨਸਰ ਕਰਨਾ, ਇਨਫੋਰਮੇਸ਼ਨ ਦੇਣੀ ਉਹ। ਸੋ ਜੇ ਕੋਈ ਉਸ ਚੀਜ਼ ਨੂੰ ਆਬਸਟੀਕਲ ਕ੍ਰੀਏਟ ਕਰਦਾ, ਉਹਦੇ ਵਿੱਚ ਤਾਂ ਸਪੀਕਰ ਦਾ ਰੋਲ ਹੈਗਾ ਵੀ ਨੋ, ਦੋਜ਼ ਬੈਰੀਅਰਸ, ਦੋ ਆਬਸਟੀਕਲ ਸ਼ੁੱਡ ਬੀ ਰਿਮੂਵਡ। ਕਿਉਂਕਿ ਮੇਰੀ ਜੌਬ ਐਜ਼ ਅ ਸਪੀਕਰ ਵੁੱਡ ਬੀ ਕਿ ਜਿਹੜੀ ਮੈਂਬਰਸ ਨੇ ਸਾਰੇ ਉਹਨਾਂ ਨੂੰ ਅਸਿਸਟ ਕਰਨਾ ਟੂ ਮੇਕ ਸ਼ੋਰ ਕਿ ਆਪਦੀ ਉਹ ਜੌਬ ਕਰ ਸਕਣ ਪ੍ਰੋਪਰ ਤਰੀਕੇ ਦੇ ਨਾਲ। ਉਹ ਹੁਣ ਸਾਡੇ ਆਪਣੇ ਇੱਥੇ BC ਦੇ ਵਿੱਚ 3 ਪਾਰਟੀਆਂ ਨੇ। ਹਾਂਜੀ, ਇੱਕ NDP, ਦੂਜੇ BC ਲਿਬਰਲਸ ਅਤੇ ਤੀਜੇ ਗ੍ਰੀਨ ਪਾਰਟੀ ਹੈ ਨਾ। ਬੇਸ਼ੱਕ ਉਹਨਾਂ ਦੇ 2 ਹੀ ਮੈਂਬਰ ਨੇ, ਲੇਕਿਨ ਉਹਨਾਂ ਨੂੰ ਵੀ ਉਨਾ ਹੀ ਹੱਕ ਆ ਜਿੰਨਾ ਬਾਕੀ ਮੈਂਬਰਾਂ ਨੂੰ ਆ। ਸੋ ਉਹ ਵੀ ਆਪਦਾ ਪਾਰਟੀਸਪੇਟ ਕਰਨ ਦੇ ਲਈ ਉਹਨਾਂ ਨੂੰ ਵੀ ਪੂਰਾ ਸਮਾਂ ਦਿੱਤਾ ਜਾਊਗਾ। ਸੋ ਇਹਦੇ 'ਚ ਕੋਈ ਫਰਕ ਨਹੀਂ ਹੋ ਗਿਆ ਕਿ ਵੀ ਕੌਣ ਕਿਹਦੀ ਕਿੰਨੀ ਮੈਜੋਰਟੀ ਹੈ ਕਿਹਦੀ ਕਿੰਨੀ ਮਿਨੋਰਟੀ ਹੈ। ਨੋ, ਸੋ ਇਹਦੇ ਨਾਲ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਹ ਆਨਸਰ ਕੀਤਾ ਹੈ ਕੁਐਸਚਨ। ਸੋ ਜਿਵੇਂ ਆਪਣੇ ਗ੍ਰੀਨ ਦੇ 2 ਮੈਂਬਰ ਹੈ ਜੀ ਐਂਡ ਦੈਨ BC ਲਿਬਰਲ ਐਜ਼ ਏ ਆਪੋਜੀਸ਼ਨ, ਇਹ ਟਾਈਮ ਜਿਹੜਾ ਅਲਾਟ ਪ੍ਰਪੋਰਸ਼ਨਲੀ ਹੁੰਦਾ, ਕਿਸ ਤਰ੍ਹਾਂ ਟਾਈਮ ਅਲਾਟ ਹੁੰਦਾ ਕੁਐਸਚਨ ਪੀਰੀਅਡ ਦਾ? ਆਮ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਜਿਹੜਾ ਅੱਧੇ ਘੰਟੇ ਦੇ ਵਿੱਚ ਤਕਰੀਬਨ 7 ਜਾਂ 8 ਮੈਂਬਰ ਕੁਐਸਚਨ ਉੱਠ ਕੇ ਪੁੱਛਦੇ ਨੇ ਜੀ, ਫਿਰ ਉਸ ਟਾਈਮ ਹੋ ਜਾਂਦਾ। ਉਹ ਜਿਹੜਾ ਪਹਿਲਾ ਕੁਐਸਚਨ ਹੁੰਦਾ ਉਹ ਜਨਰਲੀ ਸਪੀਕਿੰਗ ਜਿਹੜਾ ਅਪੋਜੀਸ਼ਨ ਦਾ ਮੇਨ ਜਿਹੜੀ ਅਫੀਸ਼ੀਅਲ ਅਪੋਜੀਸ਼ਨ ਆ ਉਹਦਾ ਲੀਡਰ ਪੁੱਛਦਾ। ਉਹਨੂੰ 3 ਕੁਐਸਚਨ ਪੁੱਛਦੇ ਨੇ ਉਹ। ਫਸਟ ਕੁਐਸਚਨ, ਫਸਟ ਸਪਲੀਮੈਂਟਲ, ਸੈਕੰਡ ਸਪਲੀਮੈਂਟਲ। ਉਦੋਂ ਬਾਅਦ ਤਕਰੀਬਨ 6 ਜਾਂ 7 ਹੋਰ ਜਿਹੜੇ MLA ਉਹਨਾਂ ਦੀ ਆ ਜਾਂਦੇ, ਕਿਉਂਕਿ ਹਰੇਕ ਕੁਐਸਚਨ ਜਾਂ ਆਨਸਰ ਕਰਨ ਵਿੱਚ ਤਕਰੀਬਨ 2 ਜਾਂ 2.5 ਮਿੰਟ ਲੱਗ ਜਾਂਦੇ ਨੇ ਉਹ। ਹਾਂਜੀ, ਸੋ ਉਦੋਂ ਬਾਅਦ ਫਿਰ ਜਿਹੜੇ ਹੈਗੇ ਨੇ 6 ਹੋਰ ਤਕਰੀਬਨ ਐਵਰੇਜ, ਕਈ ਵਾਰੀ ਜ਼ਿਆਦਾ ਵੀ ਹੋ ਜਾਂਦਾ, ਅਤੇ ਉਹਦੇ 'ਚ ਉਹ ਫਿਰ 2 ਕੁਐਸਚਨ ਪੁੱਛ ਸਕਦੇ ਆ ਉਹ। ਅੱਛਾ ਜੀ। ਜਿਹੜੀਆਂ ਦੋਨੋਂ ਅਪੋਜੀਸ਼ਨ ਪਾਰਟੀਆਂ ਨੇ, ਅਫੀਸ਼ੀਅਲ ਅਪੋਜੀਸ਼ਨ ਅਤੇ ਗ੍ਰੀਨ ਪਾਰਟੀ, ਉਹ ਆਪਸ ਵਿੱਚ ਹੀ ਨੈਗੋਸ਼ੀਏਟ ਕਰਦੀਆਂ ਨੇ ਵੀ ਸਾਨੂੰ ਅਸੀਂ ਹਰ ਰੋਜ਼ ਇੱਕ ਕੁਐਸਚਨ ਪੁੱਛ ਸਕਦੇ ਹਾਂ ਵੀ ਐਜ ਏ ਸਮਾਲ ਪਾਰਟੀ, ਜਾਂ ਅਸੀਂ ਐਵਰੀ ਸੈਕਿੰਡ ਡੇ 2 ਜਾਂ 3 ਕੁਐਸਚਨ ਪੁੱਛ ਸਕਦੇ ਹਾਂ। ਸੋ ਉਹ ਆਪਸ ਵਿੱਚ ਹੀ ਉਹ ਡਿਸਾਈਡ ਕਰ ਲੈਂਦੇ ਆ। ਸੋ ਵੰਸ ਦੇ ਅਲਾਓ ਇਟ ਈਚ ਅਦਰ, ਫਿਰ ਉਹਨਾਂ ਨੂੰ ਹੱਕਾ ਉੱਠ ਕੇ ਉਹਦਾ ਕੁਐਸਚਨ ਪੁੱਛ ਸਕਦੇ ਨੇ। ਅਤੇ ਉਹਦੇ ਵੀ ਟਾਈਮ ਲਿਮਿਟ ਹੋਣੀ? ਹਾਂ, ਟਾਈਮ ਲਿਮਿਟ 30 ਮਿੰਟਸ ਆ। ਹਾਂਜੀ, ਟੋਟਲ ਓਵਰ। ਪਰ ਈਚ ਕੁਐਸਚਨ ਹੈਵ ਅ ਲਿਮਿਟ ਟੂ, ਇਹ ਨਹੀਂ ਵੀ ਕੋਈ ਭੁੱਲੀ ਜਾਵੇ। ਨਹੀਂ, ਉਹ ਠੀਕ ਆ। ਹਾਲਾਂਕਿ ਕੋਈ ਟਾਈਮ ਲਿਮਿਟ ਇਹ ਨਹੀਂ ਕਿ ਵੀ ਤੁਸੀਂ ਹੈ ਨਾ 1 ਮਿੰਟ ਬਾਅਦ ਤੁਹਾਡਾ ਮਾਈਕ ਬੰਦ ਹੋ ਜਾਣਾ, ਇਸ ਤਰ੍ਹਾਂ ਨਹੀਂ ਹੁੰਦਾ। ਲੇਕਿਨ ਉਹ ਜਿਹੜਾ ਮੇਰਾ ਆਫਿਸ ਆ ਵੀ ਮੋਨੀਟਰ ਇਟ। ਅੱਛਾ ਜੀ। ਕਿਉਂਕਿ ਜਿਹੜੇ ਹੁਣ ਕੁਐਸਚਨ ਪੁੱਛੇ ਜਾਂਦੇ ਨੇ ਕਈ ਵਾਰੀ ਬੜਾ ਲੰਬੀ ਉਹਦੀ ਭੂਮਿਕਾ ਬੰਦ ਹੁੰਦੇ ਨੇ। ਹਾਂਜੀ ਹਾਂਜੀ। ਅਤੇ ਫਿਰ ਉਹ ਕਾਫੀ ਟਾਈਮ ਲੱਗ ਜਾਂਦਾ ਉਹਨੂੰ। ਕਈ ਵਾਰੀ ਜਿਹੜਾ ਮਿਨਿਸਟਰ ਆਨਸਰ ਕਰਨ ਲੱਗਿਆ ਬੜਾ ਲੰਬਾ ਆਨਸਰ ਕਰ ਦਿੰਦਾ ਉਹ। ਹਾਂਜੀ। ਉਹ ਫਿਰ ਅਸੀਂ ਦੇਖਣਾ ਹੁੰਦਾ ਵੀ ਕਿਤੇ ਇਹ ਜਾਣ ਬੁੱਝ ਕੇ ਤਾਂ ਨਹੀਂ ਟਾਈਮ ਵੇਸਟ ਕੀਤਾ ਜਾ ਰਿਹਾ। ਹਾਂਜੀ।
ਤੇ ਜੇ ਬਾਈ ਚਾਂਸ ਲੱਗੇ ਵੀ ਮੈਨੂੰ ਐਜ਼ ਅ ਚੇਅਰ ਵੀ ਹਾਂ ਇਹ ਥੋੜ੍ਹਾ ਜਿਹਾ ਗਵਰਨਮੈਂਟ ਜਿਹੜੇ ਮੈਂਬਰ ਸੀਗੇ ਇਹਨਾਂ ਟਾਈਮ ਜ਼ਿਆਦਾ ਲੈ ਲਿਆ, ਦੈਨ ਯੂ ਕੈਨ ਅਲਾਓ ਅ ਲਿਟਲ ਬਿਟ ਮੋਰ ਟਾਈਮ ਜਸਟ ਟੂ ਬੈਲੈਂਸ ਟੂ ਬੈਲੈਂਸ ਇਟ। ਸੋ ਸਾਰਾ ਕੁਝ ਉਹ ਦੇਖਣਾ ਪੈਂਦਾ ਉਹ। ਸੋ ਆਪਾਂ ਜਿਹੜੀ ਦੂਸਰੀ ਗੱਲ ਜਿਹੜੀ ਉੱਭਰ ਕੇ ਹੁੰਦੀ ਹੈ ਜਦੋਂ ਗਰਮਾ ਗਰਮੀ ਹੋ ਜਾਂਦੀ ਹੈ ਕਈ ਵਾਰੀ ਹਾਊਸ ਦੇ ਵਿੱਚ, ਤੇ ਕਈ ਵਾਰੀ ਆਪਾਂ ਜਿਹਨੂੰ ਕਹਿ ਦਿੰਦੇ ਅਨਪਾਰਲੀਮੈਂਟਰੀ ਲੈਂਗੁਏਜ ਜਿਹੜੀ ਗਲਤ ਜਾਂ ਕਿਸੇ ਨੇ ਕੋਈ ਗਾਲ ਕੱਢਤੀ ਜਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦਾਵਲੀ ਹੈ ਉਹਨੂੰ ਫਿਰ ਕਿਸ ਤਰ੍ਹਾਂ ਤੁਸੀਂ ਮਤਲਬ ਰਿਸਟ੍ਰਿਕਟ ਕਰਦੇ ਆ ਜਾਂ ਉਹ ਅਪੋਲੋਜਾਈਜ਼ ਕਰਦੇ ਆ, ਫਿਰ ਉਹਨੂੰ ਤੁਸੀਂ ਆਪਣੇ ਬੁੱਕਸ ਤੋਂ ਵਿੱਚੋਂ ਉਹਨੂੰ ਫਿਰ ਡਿਲੀਟ ਕਰਦੇ ਆ, ਉਹਦੇ ਬਾਰੇ ਦੱਸੋ। ਇਹ ਜੋ ਵੀ ਉੱਥੇ ਪ੍ਰੋਸੀਡਿੰਗਸ ਹੁੰਦੀ ਆ ਇਟਸ ਆਲ ਰਿਕਾਰਡਡ, ਇਟਸ ਆਲ ਪਬਲਿਕਲੀ ਬ੍ਰੌਡਕਾਸਟਡ। ਹਾਂਜੀ। ਸੋ ਜਨਰਲੀ ਸਪੀਕਿੰਗ ਫੋਰਚੂਨੇਟਲੀ ਇਨ ਬ੍ਰਿਟਿਸ਼ ਕੋਲੰਬੀਆ ਐਂਡ ਕੈਨੇਡਾ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹ ਕੁਆਇਟ ਸਿਵਲ ਹੀ ਹੁੰਦੇ ਆ ਉਹ। ਹਾਂਜੀ, ਕਦੇ ਕਦੇ ਗਰਮ ਹੋ ਜਾਏ ਉਸ ਲੈਵਲ ਤੱਕ ਜਾਂਦੇ ਨਹੀਂ ਗੇ। ਲੇਕਿਨ ਜੇ ਬਾਈ ਚਾਂਸ ਚਲੇ ਵੀ ਜਾਣ ਉਹ, ਤਾਂ ਜਿਹੜੀ ਚੇਅਰ ਆ ਉਹ ਜਿਹੜਾ ਚੇਅਰ ਦੇ ਵਿੱਚ ਬੈਠਾ ਹੋਊਗਾ ਵਿਅਕਤੀ, ਉਹਨਾਂ ਕੋਲੇ ਹੱਕ ਹੁੰਦਾ ਵੀ ਤੁਹਾਨੂੰ ਉਹਨਾਂ ਨੇ ਕਹਿਣਾ ਵੀ ਤੁਹਾਡਾ ਵਿਡਰਾਅ ਕਰ ਰਹੇ, you know, depending on the language, you know, just generally speaking ਜਿਹੜਾ ਚੇਅਰ ਹੁੰਦਾ ਉਹ ਜਿਹੜਾ ਸਪੀਕਰ ਹੁੰਦਾ ਕਹਿੰਦਾ I would ask you to withdraw unequivocally your comments। ਜੇ ਤੁਸੀਂ ਉਹ withdraw ਕਰ ਲਿਆ 99.9% of time people withdraw, you know, like I'm sorry Mr. Speaker, you know, I didn't mean it, you know, I withdraw। ਕਿਉਂਕਿ ਉਹਨਾਂ ਨੇ ਜੇ want to make a point is already made, it's broadcasted, then they say I'm sorry, you know, I know understanding it ਕੀ ਗੇਮ ਹੁੰਦੀ ਆ ਨਾ। Once they withdraw, then it's end of the story। ਜੇ by chance ਉਹਨਾਂ ਦਾ comment ਇੰਨੇ out of line ਨੇ ਤੇ ਉਹ withdraw ਨਹੀਂ ਕਰਦੇ ਜਾਂ proper ਤਰੀਕੇ ਨਾਲ withdraw ਨਹੀਂ ਕਰਦੇ ਹੈਗੇ, then the chair has the right to name them to, then they can be kicked out, ਓਕੇ ਜੀ, you know, of the house। They can be suspended depending on the nature of the comments। ਤੇ ਜੇ ਉਹ ਕਾਫੀ ਸੀਰੀਅਸ ਕਮੈਂਟਸ ਨੇ ਜਾਂ ਸੀਰੀਅਸ ਉਹਨਾਂ ਨੇ ਕੋਈ ਗੱਲ ਕੀਤੀ ਹੈ, ਦੇ ਕੈਨ ਬੀ ਸਸਪੈਂਡਡ ਅੰਟਿਲ ਫਰਦਰ ਨੋਟਿਸ, ਜਿੰਨੀ ਦੇਰ ਸਪੀਕਰ ਡਿਸਾਈਡ ਨਹੀਂ ਕਰਦਾ ਯੂ ਆਰ ਅਲਾਉਡ ਟੂ ਕਮ ਬੈਕ। ਸੋ ਉਹਨੂੰ ਅਲਾਉ ਕਰਨ ਲਈ ਫਿਰ ਜਾਂ ਤਾਂ ਮਾਫੀ ਮੰਗਣੀ ਜਾਂ ਪ੍ਰੋਸੀਜਰ ਹੁੰਦਾ, ਉਹ ਤਾਂ ਪ੍ਰੋਸੀਜਰ ਹੁੰਦਾ ਉਹ। ਫਿਰ ਉਹਨਾਂ ਨੂੰ ਉਹ ਸਾਰੇ ਸਟੈਪ ਫੋਲੋ ਕਰਕੇ ਇਫ ਦ ਸਪੀਕਰ ਇਜ਼ ਸੈਟਿਸਫਾਈਡ ਓਨਲੀ ਦੈਨ ਦੇ ਕੈਨ ਰਿਟਰਨ। ਇਹ ਜਿਹੜੇ ਹੁੰਦੇ ਨੇ ਅਗੇਨ ਉਹਦੇ ਸਾਡੇ ਸਟੈਂਡਿੰਗ ਆਰਡਰਸ ਨੇ ਉਹਦੇ ਵਿੱਚ ਇਹ ਵੀ ਆ ਵੀ ਜੇ ਕੋਈ ਮੈਂਬਰ ਕੋਈ ਬਹੁਤ ਹੀ ਗਲਤ ਕੰਮ ਕਰਦਾ ਦੇ ਕੈਨ ਬੀ ਸਸਪੈਂਡਡ ਵਿਦਆਊਟ ਪੇ। ਅੱਛਾ ਜੀ, ਯੂ ਨੋ ਅੰਟਿਲ ਦ ਇਸ਼ੂ ਇਜ਼ ਰਿਜ਼ੋਲਵਡ। ਸੋ ਉਹ ਸਾਰਾ ਕੁਝ ਬੜਾ ਕਲੀਅਰ ਕੀਤਾ ਹੋਇਆ ਉਹ, ਪਰ ਫਾਰਚੂਨੇਟਲੀ ਇੱਥੇ ਤੱਕ ਗੱਲ ਪਹੁੰਚਦੀ ਨਹੀਂ। ਇੱਕ ਵਾਰੀ ਹੋਇਆ ਸੀਗਾ, ਬਹੁਤ ਦੇਰ ਦੀ ਗੱਲ ਆ, ਜਦੋਂ ਡੇਵ ਬੈਰਟ ਪ੍ਰੀਮੀਅਰ ਹੁੰਦੇ ਸੀ, ਫਿਰ ਆਪੋਜੀਸ਼ਨ ਚਲੇ ਗਏ ਸੀਗੇ ਉਹ, ਤਾਂ ਉਦੋਂ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕਮੈਂਟ ਦਿੱਤਾ ਸੀਗਾ, ਕਿਉਂਕਿ ਕਈ ਵਾਰੀ ਪੋਲੀਟਿਕਸ ਵੀ ਹੁੰਦੀ ਹੈ ਇਹਦੇ ਵਿੱਚ। ਯੈਸ, ਤੁਸੀਂ ਕਿਸ ਤਰ੍ਹਾਂ ਦਾ ਕਮੈਂਟ ਕਰਦੇ ਹੋ, ਤੁਸੀਂ ਵਿਡਰਾ ਕਰਨਾ ਕਿ ਨਹੀਂ ਕਰਨਾ, ਆਲ ਪੋਲੀਟਿਕਸ, ਵੀ ਨੋ ਦੈਟ। ਤੇ ਉਹਨਾਂ ਨੇ ਵਿਡਰਾ ਨਹੀਂ ਸੀ ਕੀਤਾ, ਸੋ ਉਹਨਾਂ ਨੂੰ ਫਿਰ ਚੱਕ ਕੇ ਬਾਹਰ ਕੱਢਣਾ ਪਿਆ ਸੀਗਾ। ਦੈਟ ਬਿਕੇਮ ਐਨ ਇਸ਼ੂ। ਸੋ ਇਸ ਤਰ੍ਹਾਂ ਦੀਆਂ ਕਈ ਵਾਰੀ ਹੋ ਜਾਂਦੀਆਂ ਨੇ। ਲੇਕਿਨ ਜਿਹੜੀ ਆਪਣੇ ਆਪਾਂ ਦੇਖਦੇ ਹਾਂ ਜਿਵੇਂ ਇੰਡੀਆ ਦੇ ਵਿੱਚ ਜਾਂ ਤਾਇਵਾਨ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਮਾਰ ਕੁਟਾਈ ਲੜਾਈ ਉਹ ਜਿਹਾ ਕੁਛ ਇੱਥੇ ਨਹੀਂ ਹੁੰਦਾ, ਉੱਥੇ ਤੱਕ ਨੌਬਤ ਨਹੀਂ ਹੁੰਦੀ ਗੀ। ਤੇ ਆਪਣੇ ਤੁਹਾਡੇ ਆ ਪਿਛਲੇ 6-7 ਸਾਲਾਂ 'ਚ ਕੋਈ ਐਕਸਟ੍ਰੀਮ ਇਨਸੀਡੈਂਟ ਜਿਹੜੇ ਤੁਹਾਡੇ ਦਿਮਾਗ 'ਚ ਆਉਂਦਾ ਆ ਜਿਹੜਾ ਕਿ ਇੱਥੇ ਆਪਣੇ ਵੀਅਰਸ ਨੂੰ ਦੱਸੀਏ ਵੀ ਆਹ ਜਿਹੜੀ ਹੈ ਨੌਬਤ ਆਈ ਸੀ? ਇੱਕ ਇੰਸੀਡੈਂਟ ਹੋਇਆ ਸੀ, ਉਹ ਰਿਪੋਰਟਡ ਵੀ ਸੀਗਾ, ਵਾਨ ਪਾਮਰ ਨੇ ਵੈਨਕੂਵਰ ਸਨ ਦੇ ਵਿੱਚ ਰਿਪੋਰਟ ਵੀ ਕੀਤਾ ਸੀ। ਮੈਂ ਚੇਅਰ ਦੇ ਵਿੱਚ ਸੀ ਉਦੋਂ, ਮੈਂ ਅਸਿਸਟੈਂਟ ਡਿਪਟੀ ਸਪੀਕਰ ਹੁੰਦਾ ਸੀ। ਲਿਬਰਲ ਗਵਰਨਮੈਂਟ ਸੀਗੀ ਤਾਂ ਉਹਨਾਂ ਦੇ ਮਿਨਿਸਟਰ ਹੁੰਦੇ ਸੀਗੇ ਬਿਲ ਬੈਨਟ, ਉੱਥੋਂ ਕੂਟਨੀਤੀ ਤੋਂ ਸੀਗੇ ਉਹ ਤੇ ਇੱਕ ਜਿਹੜੇ ਸਾਡੇ NDP ਦੇ ਮੈਂਬਰ ਸੀ ਉਹਨਾਂ ਦੀ ਆਪਸ ਵਿੱਚ ਹੀ ਬੜੀ ਨੋਕ ਝੋਕ ਹੁੰਦੀ ਸੀਗੀ ਉਹ। ਸੋ ਜਿਹੜਾ NDP ਮੈਂਬਰ ਸੀ ਤਕਰੀਬਨ ਜਸਟ ਟੂਵਰਡਸ ਦ ਐਂਡ ਹੀ ਵਾਜ਼ ਸਿਟਿੰਗ ਦੇਅਰ and Bill Bennett as a minister was standing in the middle. Then they were just heckling back and forth. I tried to control it, but they kept going. ਫਿਰ ਬਾਅਦ ਦੇ ਵਿੱਚ ਉਹ ਬਿਲ ਬੈਨਟ ਜਦੋਂ ਜਾਣ ਲੱਗਿਆ ਤਾਂ ਉਸ ਵਕਤ ਉਹਨੇ ਕੁਛ ਉਹਨੂੰ ਕਿਹਾ, ਜਿਹੜਾ NDP ਦਾ ਮੈਂਬਰ ਸੀਗਾ, NDP ਦੇ ਮੈਂਬਰ ਨੇ ਉਹਨੂੰ ਰਿਸਪੌਂਡ ਕੀਤਾ ਬੈਕ। ਇਟ ਵਾਜ਼ ਟੋਟਲੀ ਅਨਪਾਰਲੀਮੈਂਟਰੀ ਫਰੋਮ ਬੋਥ ਸਾਈਡਸ। ਹਾਂਜੀ, ਤੇ ਉਹ ਬਿਲ ਬੈਨਟ ਨੇ ਜੋ ਕਿਹਾ ਉਹ ਮੈਂ ਸੁਣ ਲਿਆ ਉਹ, ਜੋ ਕਹਿ ਕੇ ਬਾਹਰ ਨਿਕਲ ਗਿਆ ਫਟਾਫਟ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਜਦੋਂ ਵਾਪਸ ਆਓ ਉਦੋਂ ਸਹੀ। ਸੋ ਉਹ ਤਕਰੀਬਨ ਕੋਈ ਅੱਧੇ ਘੰਟੇ ਬਾਅਦ ਮੁੜ ਕੇ ਫੇਰ ਅੰਦਰ
ਹਾਊਸ ਦੇ ਵਿੱਚ ਆਇਆ ਤਾਂ ਉਸ ਵਕਤ ਆਈ ਵਾਸ ਸਟਿਲ ਇਨ ਚੇਅਰ, ਸੋ ਮੈਂ ਉਹਨੂੰ ਕਿਹਾ ਵੀ ਮਿਨਿਸਟਰ ਬਿਫੋਰ ਯੂ ਸਿਟ ਡਾਊਨ ਆਈ ਸਟਾਪ ਦ ਪ੍ਰੋਸੀਡਿੰਗਸ, you have to stand up and apologize what you said. And he tried to skirt around it. I said no, I don't want to hear any excuses. Either you withdraw it or you stay outside. Then he withdrew it. So that's interesting. So you've been there, you've seen all of it. And ਇਸ ਦੇ ਨਾਲ ਆਪਣੇ ਜਿਸ ਤਰ੍ਹਾਂ ਕਹਿੰਦੇ ਤੁਸੀਂ ਮਤਲਬ ਨਾਨ ਪਾਰਟੀਜ਼ਨ ਤੇ ਨਿਊਟਰਲ ਦੇ ਤੌਰ ਤੇ ਤੁਹਾਡਾ ਉੱਥੇ ਰੋਲ ਹੋਣਾ ਹੈ, ਸੋ ਪਰ ਤੁਹਾਡੇ ਕਨਸਟੀਟਿਊਐਂਟਸ ਜਿਹੜੇ ਹੈਗੇ ਆ ਉਹਨਾਂ ਦੇ ਤੁਸੀਂ ਇੰਨੇ ਸਾਲਾਂ ਤੋਂ ਉਹਨਾਂ ਨੂੰ ਰੈਪਰੈਜ਼ੈਂਟ ਕਰ ਰਹੇ ਹੋ, ਸੋ being a speaker when you come back to your riding, how you play your role? ਜਦੋਂ ਮੈਂ ਵਿਕਟੋਰੀਆ ਵਿੱਚ ਐਕਟਿੰਗ ਐਜ਼ ਅ ਸਪੀਕਰ, ਸੋ ਦੈਟਸ ਮਾਈ ਵਨ ਜੌਬ, ਪਰ ਜਦੋਂ ਆਊਟ ਦੈਟ ਡਜ਼ਨਟ ਮੀਨ ਆਮ ਨਾਟ MLA. ਮੈਂ MLA ਵੀ ਉਸੇ ਤਰ੍ਹਾਂ ਹੀ ਹਾਂ ਜਿਸ ਤਰ੍ਹਾਂ ਮੈਂ ਆਪਦੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਆਇਆ ਵਾਂ. ਉਹਨਾਂ ਦੇ ਜਿੰਨੇ ਵੀ ਕੰਸਰਨ ਨੇ, ਇਸ਼ੂਜ਼ ਨੇ, ਸਾਰੇ ਉਹ ਆਈ ਹੈਵ ਦ ਰਿਸਪੋਂਸਿਬਿਲਿਟੀ ਟੂ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਵਿਕਟੋਰੀਆ. ਉਹਨਾਂ ਦੇ ਬਾਕੀ ਡਿਫਰੈਂਟ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਕਰਨੀ ਜਾਂ ਉਹਨਾਂ ਦਾ ਆਨਸਰ ਲੈਣਾ. ਸੋ ਆਈ ਕੰਟੀਨਿਊ ਡੂਇੰਗ ਯੂਰ ਰੋਲ ਐਜ਼ ਦੈਟ. ਪਰ ਉਹਦੇ ਜੇ ਸਪੈਸੀਫਿਕ ਉਸ ਤੇ ਤੁਹਾਡੀ ਰਾਈਡਿੰਗ ਦੇ ਕੋਈ ਇਸ਼ੂ ਤੇ ਜੇ ਡਿਬੇਟ ਹੋਵੇ, ਡੂ ਯੂ ਨੀਡ ਟੂ ਸਟੈਪ ਡਾਊਨ ਔਰ ਨੋ? ਉਹਦੇ 'ਚ ਇਹ ਆ ਵੀ ਫਰਜ਼ ਕਰੋ ਮੇਰੇ ਉੱਥੇ ਕੋਈ ਇਸ਼ੂ ਆ ਹਾਊਸਿੰਗ ਦਾ. ਹਾਂਜੀ, ਸਾਡੇ ਹੁਣ 4 MLA ਨੇ ਬਰਨਵੀ ਦੇ ਵਿੱਚੋਂ. ਹਾਂਜੀ, ਸੋ ਜਿਹੜਾ ਦੂਜਾ MLA ਆ, they can ask that question or raise that on my behalf. They can do it. ਲੇਕਿਨ ਜੇ ਉਹ ਕੁਐਸਚਨ ਪੀਰੀਅਡ ਦੇ ਵਿੱਚ ਆਵੇ, ਫਰਜ਼ ਕਰੋ ਜੋ ਕੋਈ ਮੇਰੀ ਜਿਹੜਾ ਰੂਲਿੰਗ ਆ ਜਾਂ ਉਹਨੂੰ ਕੋਈ ਚੈਲੰਜ ਕਰੇ, ਫਿਰ ਸਪੀਕਰ ਕੈਨ ਬੀ ਚੈਲੰਜਡ. ਉਹਨੂੰ ਡਿਪੈਂਡਿੰਗ ਔਨ ਦਾ ਇਸ਼ੂ ਸਪੀਕਰ ਕੈਨ ਸਟੈਪ ਡਾਊਨ ਐਂਡ somebody else can do it. ਲੇਕਿਨ ਉੱਥੇ ਤੱਕ ਗੱਲ ਪਹੁੰਚਦੀ ਨਹੀਂ. ਜਿਹੜੇ ਤੁਹਾਡੇ ਲੋਕਲ ਇਸ਼ੂਜ਼ ਹੁੰਦੇ ਨੇ ਦੇ ਕੈਨ ਬੀ ਹੈਂਡਲ. ਉਹਦੇ 'ਚ ਕੋਈ ਅਜੀ ਗੱਲ ਨਹੀਂ ਕੋਈ ਨਾ ਕੰਟਰੋਵਰਸ਼ੀਅਲ ਨਹੀਂ ਹੁੰਦਾ. ਔਰ ਵੋਟਿੰਗ ਵਾਲੀ ਸਿਚੁਏਸ਼ਨ ਵੀ ਨਹੀਂ ਮੇਰੇ ਖਿਆਲ ਆਉਂਦੀ. ਉਹਦੇ ਵੋਟਿੰਗ ਦੇ ਵਿੱਚ ਜਿਹੜਾ ਸਪੀਕਰ ਆ ਹੀ ਡਜ਼ਨਟ ਵੋਟ. ਹਾਂਜੀ, ਜਦੋਂ ਵੋਟ ਪੈਂਦੀ ਆ, ਜੇ ਟਾਈ ਹੋਵੇ ਤਾਂ ਸਪੀਕਰ ਵੋਟ ਪਾਉਂਦਾ, ਅਦਰਵਾਈਜ਼ ਸਪੀਕਰ ਡਜ਼ਨਟ ਵੋਟ. ਸੋ ਮਿਸਟਰ ਚੌਹਾਨ, ਆਪਣੇ ਕੋਲ ਲਾਸਟ ਕਪਲ ਆਫ ਮਿੰਟਸ ਰਹਿ ਗਏ ਹੈ, ਐਂਡ ਸਾਡੇ ਜਿਹੜੇ ਵਿਊਅਰਸ ਹੈ ਇਹਨਾਂ ਨੂੰ ਤੁਹਾਡੇ ਫਾਈਨਲ ਵਿਊਜ਼, ਤੁਸੀਂ ਐਜ਼ ਅ ਸਪੀਕਰ ਦੇ ਤੌਰ ਤੇ ਇੰਨੇ ਚਿਰ ਕਮਿਊਨਿਟੀ ਨੂੰ ਸਰਵ ਕਰਦੇ ਆ, ਤੁਹਾਡੇ ਫਾਈਨਲ ਕਮੈਂਟਸ. ਮੈਂ ਤਾਂ ਸਾਰੇ ਆਪਣੇ ਜਿਹੜੇ ਭੈਣ ਭਰਾ ਨੇ, ਸਾਡੀ ਕਮਿਊਨਿਟੀ ਆ, ਉਹਨਾਂ ਸਭ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ, ਮੇਰਾ ਸਾਥ ਦਿੱਤਾ. ਮੇਰੇ ਵਿੱਚ ਬੜੀਆਂ ਉਣਤਾਈਆਂ ਨੇ, ਬੜੀਆਂ ਕਮੀਆਂ ਨੇ. ਉਹਨਾਂ ਦੇ ਬਾਵਜੂਦ ਮੈਂ ਜਿੰਨੀ ਕਿ ਮੇਰੇ ਵਿੱਚ ਹਿੰਮਤ ਸੀਗੀ, ਮੈਂ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ. ਆਈ ਹੋਪ ਕਿ ਜਿਹੜੀ ਸਾਡੀ ਸੈਕੰਡ ਜਨਰੇਸ਼ਨ ਆ ਉਹ ਇਹਦੇ ਵਿੱਚੋਂ ਸਬਕ ਸਿੱਖ ਕੇ ਇਹ ਸਿੱਖੇ ਕਿ ਜੇ ਰਾਜ ਚੌਹਾਨ ਕਰ ਸਕਦਾ, ਮੈਂ ਵੀ ਕਰ ਸਕਦਾ. ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਕੁਝ ਕਰਨ ਵਾਲਾ. ਸੋ ਮੈਂ ਇੱਕ ਇਹ ਵੀ ਉਮੀਦ ਕਰਦਾ, ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਇਸ ਚੈਲੰਜ ਵਿੱਚੋਂ COVID-19 ਦੇ ਚੈਲੰਜ 'ਚੋਂ ਲੰਘ ਰਹੇ ਹਾਂ, ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਜਿਹੜੀਆਂ ਸਾਡੇ ਹੈਲਥ ਅਥਾਰਟੀਜ਼ ਦੇ ਜਿਹੜੀਆਂ ਇੰਸਟਰਕਸ਼ਨਸ ਨੇ ਉਹਨਾਂ ਨੂੰ ਪ੍ਰੋਪਰਲੀ ਫੋਲੋ ਕਰੋ. ਵੱਡੀਆਂ ਪਾਰਟੀਆਂ ਜਾਂ ਈਵਨ ਘਰਾਂ ਵਿੱਚ ਪਾਰਟੀਆਂ ਆਊਟਸਾਈਡ ਆਫ ਯੂਰ ਫੈਮਿਲੀ, ਉਹ ਪਾਰਟੀਆਂ ਨਾ ਕਰੋ. ਜੇ ਆਪਾਂ ਇਹਨੂੰ ਇਕੱਠੇ ਹੋ ਕੇ ਹਿੰਮਤ ਕਰਾਂਗੇ ਤਾਂ COVID-19 ਨੂੰ ਅਸੀਂ ਰੋਕ ਸਕਦੇ ਹਾਂ. ਨਹੀਂ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਉਹ ਹੋ ਵੀ ਰਿਹਾ. ਸੋ ਪਲੀਜ਼ ਫੋਲੋ ਦੋਜ਼ ਇੰਸਟਰਕਸ਼ਨਸ, ਪ੍ਰੋਟੈਕਟ ਯੂਰਸੈਲਫ ਐਂਡ ਪ੍ਰੋਟੈਕਟ ਯੂਰ ਫੈਮਿਲੀ. ਬੀ ਸੇਫ. ਸੋ ਬਹੁਤ ਧੰਨਵਾਦ ਜੀ. ਥੈਂਕ ਯੂ ਮਿਸਟਰ ਚੌਹਾਨ. ਤੁਸੀਂ ਆਪਣੀ ਮੁਲਾਕਾਤ ਜਾਂ ਗੱਲਬਾਤ ਆਲਵੇਜ਼ ਹੁੰਦੀ ਰਹਿੰਦੀ ਹੈ. ਸੋ ਇੱਕ ਵਾਰੀ ਫੇਰ ਲੱਖ ਵਧਾਈਆਂ. ਥੈਂਕ ਯੂ ਫॉर ਯੂਰ ਟਾਈਮ ਐਂਡ ਆਈ ਹੈਵ ਨੋ ਡਾਊਟ ਯੂ ਵਿਲ ਡੂ ਅ ਗ੍ਰੇਟ ਜੌਬ. ਥੈਂਕ ਯੂ ਜੀ. ਥੈਂਕ ਯੂ ਸੋ ਮਚ. ਸਾਡੀ ਅੱਜ ਖਾਸ ਮੁਲਾਕਾਤ ਹੋ ਰਹੀ ਸੀ ਮਿਸਟਰ ਰਾਜ ਚੌਹਾਨ, ਜਿਹੜੇ ਕਿ newly elected Speaker of the House for Legislative Assembly of British Columbia. ਇਹ ਆਪਣੀ ਕਮਿਊਨਿਟੀ ਨੂੰ, ਸਾਊਥ ਏਸ਼ੀਅਨ ਕਮਿਊਨਿਟੀ ਨੂੰ ਬੜੇ ਮਾਣ ਦੀ ਗੱਲ ਹੈ ਕਿ ਪਹਿਲਾ ਐਗਜ਼ਾਮਪਲ ਇਹ ਜਿਹੜਾ ਸੈੱਟ ਹੋਇਆ ਆ. ਅਤੇ ਜਿਵੇਂ ਮਿਸਟਰ ਚੌਹਾਨ ਦਾ ਕਹਿਣਾ ਆ, ਇਸ ਦੇ ਨਾਲ ਕਾਫੀ ਰਿਸਪੋਂਸਿਬਿਲਿਟੀ ਵੀ ਹੈਗੀਆਂ ਆ, ਅਤੇ ਆਪਣੀ ਜਿਹੜੀ ਨਿਊ ਜਨਰੇਸ਼ਨ ਹੈ ਦੇ ਕੈਨ ਲਰਨ ਫਰੋਮ ਦੈਟ. ਐਂਡ ਜਿਵੇਂ ਮਿਸਟਰ ਚੌਹਾਨ ਨੇ ਕਿਹਾ ਕਿ ਇਹ ਜਿਹੜੇ ਪਗਡੰਡੀਆਂ, ਜਿਹੜੇ ਰਾਸਤੇ ਇੰਨੇ ਔਖੇ ਸੀਗੇ, ਰੇਸਿਜ਼ਮ ਤੋਂ ਲੈ ਕੇ ਵੋਟ ਦਾ ਅਧਿਕਾਰ ਨਾ ਹੋਣ ਤੋਂ ਬਾਅਦ, ਅੱਜ ਇਹ ਡਿਸੀਜ਼ਨ ਮੇਕਿੰਗ ਜਿਹੜੇ ਡੈਸਕ ਹੈ ਉਹਦੇ 'ਤੇ ਇਹ ਬੈਠਣ ਜਾ ਰਹੇ ਹੈ. ਸੋ ਇਹਨਾਂ ਨੂੰ ਲੱਖ ਵਧਾਈਆਂ. ਆਲ ਦਾ ਬੈਸਟ. ਇਹ ਸੀਗੀ ਸਾਡੀ ਖਾਸ ਮੁਲਾਕਾਤ ਮਿਸਟਰ ਰਾਜ ਚੌਹਾਨ ਨਾਲ. ਇਸੇ ਹੀ ਤਰ੍ਹਾਂ ਤੁਹਾਨੂੰ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨਾਲ ਜਾਂ ਕਿਸੇ ਕਮਿਊਨਿਟੀ ਐਕਟਿਵਿਸਟ ਨਾਲ ਗੱਲਬਾਤ ਕਰਾਵਾਂਗੇ. ਧੰਨਵਾਦ. ਸਤਿ ਸ਼੍ਰੀ ਅਕਾਲ.